welcome to my all viewers. Before starting this session, I will thanks to my all viewers which has been watching my videos and helping to me achieve their 1000 subscriber on my YouTube channel. So thanks a lot to all my viewers. I will continue with their valuable topics which has been related to their class 11th, and also we explain to their 6th to 10th class all syllabus videos uploading on my YouTube channel. So all students can be watch these all kind of videos when they can be following facing any kind of to their problem. So you must be tells to me on comment box, and also be told me on my YouTube channel's description box. So that's why I will sort out your problems. Now I will start from to the session with the business services part first. This is the class 11th topic of the business study books of commerce students. Before starting my channel, starting this video, I will tell you my all viewers which has been come through the first time to subscribe my channel. Just do it for bright futures and press bell icon related to my new videos. And now we are starting from this session. The first is introduction of to the business services. Is the services of the particular services and the outcomes of to the economic activity as a result of interaction between to the service provider or a customers ਜਾਂ ਕੰਜ਼ਿਊਮਰ ਵੀ ਸਰਵਿਸਿਜ਼ ਕੀ ਹੁੰਦੀਆਂ ਨੇ, ਉਹ ਇਕਨੋਮਿਕ ਕੋਈ ਵੀ ਬੰਦਾ ਕੀ ਆ ਪੈਸੇ ਕਮਾਉਂਦਾ ਵਾ ਇਸ ਚੀਜ਼ ਦੇ ਵਿੱਚ, ਤਾਂ ਜੋ ਕੀ ਆ ਉਹ ਆਪਣੇ ਜਿਹੜੀਆਂ ਸਰਵਿਸ ਪ੍ਰੋਵਾਈਡ ਕਰ ਰਿਹਾ, ਜਿਹੜੀਆਂ ਸੇਵਾਵਾਂ ਦੇ ਰਿਹਾ ਵਾ ਆਪਣੇ ਕੰਜ਼ਿਊਮਰ ਨੂੰ, ਤਾਂ ਜੋ ਸਰਟੀਫਾਈ ਹੋ ਸਕੇ ਅਤੇ ਉਹਦੇ ਬਦਲੇ ਉਹਨੂੰ ਪੈਸਾ ਦੇ ਸਕੇ। ਵੀ ਸਰਵਿਸ ਦੇ ਵਿੱਚ ਕੀ ਹੁੰਦੀ ਆ, ਸੈਟਿਸਫੈਕਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਵੀ ਲੋਕ ਜਿਹੜੇ ਚੀਜ਼ ਚਾਹੁੰਦੇ ਆ ਕਿ ਮੈਂ ਉਹ ਚੀਜ਼ਾਂ ਨੂੰ ਪੂਰਾ ਕਰ ਰਿਹਾ ਵਾਂ, ਤਾਂ ਉਹਨੂੰ ਅਸੀਂ ਸਰਵਿਸ ਕਹਿ ਦਿੰਦੇ ਹਾਂ। ਅਤੇ ਸਰਵਿਸ ਇੰਟੈਂਜੀਬਲ ਹੁੰਦੀ ਹੈ। ਇੰਟੈਂਜੀਬਲ ਦਾ ਮੀਨਿੰਗ ਵਟ ਇਜ਼ ਦੀ ਮੀਨ ਬਾਏ ਇੰਟੈਂਜੀਬਲ। ਇੰਟੈਂਜੀਬਲ ਦਾ ਮਤਲਬ ਹੁੰਦਾ ਉਹ ਚੀਜ਼ ਜਿਹੜੀ ਕਿ ਦਿਖਦੀ ਨਹੀਂ ਹੈਗੀ ਅਤੇ ਜਿਹੜੀ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਈਵਨ ਮੈਂ ਹੁਣ ਤੁਹਾਨੂੰ ਪੜ੍ਹਾ ਰਿਹਾ ਵਾਂ, ਤਾਂ ਪੜ੍ਹਾਉਣ ਦਾ ਮਤਲਬ ਕੀ ਆ ਵੀ ਮੈਂ ਇੱਕ ਇੰਟੈਂਜੀਬਲ ਐਸੈਟ ਆ, ਮੈਂ ਤੁਹਾਨੂੰ ਇੱਕ ਸਰਵਿਸ ਦੇ ਰਿਹਾ ਵਾਂ, ਤੁਹਾਨੂੰ ਪੜ੍ਹਾ ਰਿਹਾ ਵਾਂ, ਤਾਂ ਉਹ ਇੱਕ ਇੰਟੈਂਜੀਬਲ ਐਸੈਟ ਆ ਜਿਹੜੀ ਚੀਜ਼ ਦਿਖ ਨਹੀਂ ਰਹੀ ਹੈਗੀ, ਤਾਂ ਉਹਦੇ ਵੀ ਬਦਲੇ ਮੈਂ ਕੀ ਹੈ ਇਸ ਚੀਜ਼ ਦੇ ਪੈਸੇ ਚਾਰਜ ਕਰਦਾ, ਜਾਂ ਤੁਸੀਂ ਕਹਿ ਦਿਓ ਵੀ ਇਸ ਦੇ ਨਾਲ ਮੈਨੂੰ ਕੀ ਹੋਏਗਾ ਪੈਸੇ ਜਨਰੇਟ ਕਰ ਸਕਦਾ ਵਾਂ, ਤਾਂ ਇਹ ਇੱਕ ਵੇ ਆ। ਨੈਕਸਟ ਹੈਗਾ ਵਾ ਵੀ ਜਿਹੜੇ ਇਹ ਪਰਚੇਜ਼ ਹੁੰਦੀ ਆ ਡਜ਼ ਨਾਟ ਟੂ ਬੀ ਅ ਰਿਜ਼ਲਟ ਆਫ ਟੂ ਦੀ ਓਨਰਸ਼ਿਪ ਆਫ ਦੀ ਐਨੀ ਥਿੰਕ ਇਜ਼ ਫਿਜ਼ੀਕਲੀ। ਇਹਦੇ ਵਿੱਚ ਕੁਛ ਅਜਿਹੀ ਚੀਜ਼ ਨਹੀਂ ਹੁੰਦੀ ਵੀ ਜਿਹੜੀ ਅਸੀਂ ਕੋਈ ਵੀ ਚੀਜ਼ ਸੇਲ ਪਰਚੇਜ਼ ਕਰ ਰਹੇ ਹਾਂ ਉਹ ਕੀ ਹੋਏਗੀ ਫਿਜ਼ੀਕਲ ਐਗਜ਼ਿਸਟ ਕਰੇਗੀ, ਕੋਈ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਕਰ ਰਹੀ। ਇਹ ਸਿਰਫ ਜਸਟ ਕੀ ਆ ਵੀ ਇੱਕ ਲਿੰਕ ਜਿਹੜਾ ਹੁੰਦਾ ਉਹ ਕ੍ਰੀਏਟ ਕੀਤਾ ਜਾਂਦਾ, ਤਾਂ ਜੋ ਕੀ ਹੈ ਇੱਕ ਬੰਦਾ ਦੂਸਰੇ ਬੰਦੇ ਨਾਲ ਇੰਟਰੈਕਟ ਕਰ ਸਕੇ ਅਤੇ ਵਧੀਆ ਸਰਵਿਸ ਨੂੰ ਪ੍ਰੋਵਾਈਡ ਕਰੇ। ਜੇਕਰ ਉਸ ਚੀਜ਼ ਤੋਂ ਸਰਟੀਫਾਈ ਹੁੰਦਾ ਤਾਂ ਉਸ ਚੀਜ਼ ਦੇ ਪੈਸੇ ਪੇ ਕਰਦਾ ਵਾ। ਜਿਵੇਂ ਐਗਜ਼ਾਮਪਲ ਦਿੱਤੀ ਗਈ ਹੈ ਵੀ ਟੈਕਸੀ ਓਨਰ ਕੀ ਆ, ਉਹ ਸਰਵਿਸ ਦਿੰਦਾ ਵਾ, ਸਰਵਿਸ ਪ੍ਰੋਵਾਈਡ ਕਰਦਾ ਵਾ, ਅਤੇ ਜਿਹੜਾ ਵੀ ਪਰਸਨ ਉਸ ਚੀਜ਼ ਨੂੰ ਹਾਇਰ ਕਰਦਾ ਵਾ, ਯਾਨੀ ਕਿ ਜਿਹੜਾ ਵੀ ਟੈਕਸੀ ਨੂੰ ਹਾਇਰ ਕਰਦਾ ਵਾ, ਤਾਂ ਉਹਦੇ ਚਾਰਜਿਸ ਪੇ ਕਰਦਾ ਵਾ ਕਿਉਂਕਿ ਉਹਨੇ ਉਹਦੀ ਸਰਵਿਸ ਰਿਸੀਵ ਕੀਤੀ ਹੈ, ਅਤੇ ਇਹਨੂੰ ਕੀ ਕਿਹਾ ਜਾਂਦਾ ਬਿਜ਼ਨਸ ਸਰਵਿਸ ਕਿਹਾ ਜਾਂਦਾ ਵਾ। ਨੈਕਸਟ ਹੈ ਨੇਚਰ ਆਫ ਟੂ ਦੀ ਬਿਜ਼ਨਸ ਸਰਵਿਸ। ਬਿਜ਼ਨਸ ਸਰਵਿਸ ਕਿੱਦਾਂ ਦੀ ਹੁੰਦੀਆਂ, ਦੇਖੋ ਇੰਟੈਂਜੀਬਿਲਿਟੀ ਪਹਿਲਾਂ ਹੀ ਦੱਸਿਆ ਵੀ ਇਹ ਕੀ ਹੁੰਦੀ ਆ, ਸਰਵਿਸਿਜ਼ ਦਿਖਦੀ ਨਹੀਂ ਹੁੰਦੀ। ਜਿਵੇਂ ਤੁਸੀਂ ਇੱਕ ਟੈਕਸੀ ਨੂੰ ਹਾਇਰ ਕੀਤਾ ਤਾਂ ਟੈਕਸੀ ਵਾਲੇ ਦਾ ਕੰਮ ਕੀ ਆ ਵੀ ਉਹ ਆਪਣੇ ਪੈਸੇ ਲੈ ਕੇ ਜਿੱਥੇ ਤੁਸੀਂ ਜਾਣਾ ਵਾ ਉੱਥੇ ਤੁਹਾਨੂੰ ਪਹੁੰਚਾ ਦੇਗਾ, ਤਾਂ ਇਹਦਾ ਮਤਲਬ ਕੀ ਆ ਉਹ ਇੱਕ ਇੰਟੈਂਜੀਬਲ ਸਰਵਿਸ ਦੇ ਰਿਹਾ ਤੁਹਾਨੂੰ, ਵੀ ਤੁਹਾਨੂੰ ਸੇਫਲੀ ਉਸ ਪਲੇਸ ਦੇ ਉੱਤੇ ਪਹੁੰਚਾਇਆ ਅਤੇ ਉਹ ਤੁਹਾਡੇ ਟਾਈਮ ਦੇ ਉੱਤੇ ਪਹੁੰਚਾਇਆ, ਅਤੇ ਉਸ ਚੀਜ਼ ਦੇ ਉਹ ਪੈਸੇ ਚਾਰਜ ਕਰ ਲੈਂਦਾ, ਅਤੇ ਇਹਨੂੰ ਕੀ ਕਿਹਾ ਜਾਂਦਾ ਇੰਟੈਂਜੀਬਲ ਸਰਵਿਸਿਜ਼ ਕਿਹਾ ਜਾਂਦਾ ਜਾਂ ਇੰਟੈਂਜੀਬਲ ਐਸਟ ਕਿਹਾ ਜਾਂਦਾ। ਨੈਕਸਟ ਹੈਗਾ ਇਨਕਨਸਿਸਟੈਂਟ। ਇਹ ਕੀ ਹੁੰਦਾ, ਇਨਕਨਸਿਸਟੈਂਟਲੀ ਨਹੀਂ ਹੁੰਦਾ ਵੀ ਲਗਾਤਾਰ ਨਹੀਂ ਚੱਲਦੀ ਹੈਗੀ, ਕਦੀ ਕਦੀ ਇਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਰੁਕ ਜਾਂਦੀ ਆ, ਤਾਂ ਫਿਰ ਕੀ ਆ ਫਿਰ ਦੁਬਾਰਾ ਫਿਰ ਸਟਾਰਟ ਹੋ ਜਾਂਦੀ ਹੈ, ਯਾਨੀ ਕਿ ਕੰਸਿਸਟੈਂਟਲੀ ਵਰਕ ਨਹੀਂ ਕਰਦੀ ਹੈਗੀ। ਕਦੀ ਕਦੀ ਕੀ ਹੁੰਦਾ ਇਨਕਨਸਿਸਟੈਂਟ ਹੋ ਜਾਂਦੀ ਆ ਵੀ ਇਹ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰ ਪਾਉਂਦੀ। ਨੈਕਸਟ ਹੈਗੀ ਆ ਇਨਸੈਪਰੇਬਿਲਿਟੀ। ਇਹਨੂੰ ਕਿਸੇ ਚੀਜ਼ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ ਅਤੇ ਇੱਕ ਦੂਸਰੇ ਨਾਲ ਜੁੜ ਕੇ ਹੀ ਇਹ ਸਾਰੀਆਂ ਚੀਜ਼ਾਂ ਪਰਫੋਰਮ ਕੀਤੀਆਂ ਜਾਂਦੀਆਂ ਨੇ। ਫੋਰਥ ਹੈਗਾ ਵਾ ਇਨਵੈਂਟਰੀ ਔਰ ਸਟੋਰੇਜਬਿਲਿਟੀ। ਇਹਨੂੰ ਕੀ ਕੀਤਾ ਜਾਂਦਾ, ਇੱਕ ਜਗ੍ਹਾ ਸਟੋਰ ਕੀਤਾ ਜਾਂਦਾ, ਇੱਕ ਜਗ੍ਹਾ ਰੱਖਿਆ ਜਾਂਦਾ ਵਾ, ਤਾਂ ਜੋ ਕੀ ਹੈ ਇਹ ਚੀਜ਼ਾਂ ਨੂੰ ਸਟੋਰ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਇਨਵੋਲਵਮੈਂਟ ਕਰ ਸਕਦੇ ਹਾਂ ਅਤੇ ਸਾਰੇ ਜਣਿਆਂ ਨੂੰ ਇਹ ਸਟਾਕ ਦੇ ਵਿੱਚ ਇਹ ਚੀਜ਼ਾਂ ਸ਼ੋਅ ਕਰ ਸਕਦੇ ਹਾਂ। ਲਾਸਟ ਵਨ ਹੈਗੀ ਆ ਇਨਵੋਲਵਮੈਂਟ। ਇਹਦੇ ਵਿੱਚ ਕੀ ਹੁੰਦੀ ਆ, ਬੋਥ ਪਾਰਟੀਜ਼ ਦੀ ਇਨਵੋਲਵਮੈਂਟ ਹੁੰਦੀ ਹੈ, ਜਾਣੀ ਕਿ ਦੋ ਹੀ ਪਾਰਟੀਆਂ ਕੀ ਕਰਦੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ ਅਤੇ ਇੱਕ ਦੂਸਰੇ ਨਾਲ ਜੁੜ ਕੇ ਹੀ ਇਹ ਵਰਕ ਕੀਤਾ ਜਾਂਦਾ ਵਾ। ਦੋ ਵੇ ਦੀ ਇਹਦੇ ਵਿੱਚ ਬਿਜ਼ਨਸ ਹੁੰਦਾ ਵਾ, ਕਿਉਂਕਿ ਸਰਵਿਸਿਜ਼ ਸਿਰਫ ਇਹ ਨਹੀਂ ਹੁੰਦਾ ਵੀ ਇੱਕ ਬੰਦੇ ਨੇ ਇੱਕ ਨੂੰ ਸਰਵਿਸ ਪ੍ਰੋਵਾਈਡ ਕਰਾਤੀ ਬਸ ਇਨਫ ਆ, ਇੱਦਾਂ ਨਹੀਂ ਹੁੰਦਾ। ਤਾਂ ਦੂਸਰਾ ਪਰਸਨ ਵੀ ਕੀ ਆ ਉਹਨੂੰ ਉਸ ਚੀਜ਼ ਦੇ ਬਦਲੇ ਕੁਛ ਨਾ ਕੁਛ ਪੇ ਕਰੇਗਾ, ਚਾਹੇ ਉਹ ਮਨੀ ਪੇ ਕਰੇ ਜਾਂ ਉਹਨੂੰ ਵੀ ਉਹ ਸਰਵਿਸ ਪ੍ਰੋਵਾਈਡ ਕਰੇ, ਤਾਂ ਇਹ ਦੋ ਵੇ ਕਮਿਊਨੀਕੇਸ਼ਨ ਹੁੰਦੀ ਹੈ ਅਤੇ ਇਨਵੋਲਵਮੈਂਟ ਦਿਖਾਈ ਜਾਂਦੀ ਹੈ ਬੋਥ ਆਫ ਪਾਰਟੀਜ਼ ਦੁਆਰਾ। ਆਈ ਹੋਪ ਤੁਹਾਨੂੰ ਇਹ ਨੇਚਰ ਕਲੀਅਰ ਹੋਇਆ ਹੋਊਗਾ। ਨੈਕਸਟ ਵੱਲ ਚੱਲਦੇ ਹਾਂ, ਡਿਫਰੈਂਸ ਕਰਦੇ ਹਾਂ। ਦੇਖੋ ਗੁੱਡਸ ਐਂਡ ਸਰਵਿਸਿਜ਼। ਗੁੱਡਸ ਦਾ ਮਤਲਬ ਹੁੰਦਾ ਫਿਜ਼ੀਕਲ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਕਾਰ ਮੋਟਰਸਾਈਕਲ ਇਹ ਸਾਰੀਆਂ ਕੀ ਨੇ ਗੁੱਡਸ ਨੇ। ਸਰਵਿਸਿਜ਼ ਕੀ ਹੁੰਦੀਆਂ ਨੇ ਵੀ ਉਹ ਚੀਜ਼ਾਂ ਜਿਹੜੀਆਂ ਦਿਖਦੀਆਂ ਨਹੀਂ ਹੈਗੀਆਂ ਬਟ ਉਹ ਫਿਰ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ। ਦੇਖੋ ਹੁਣ ਇਹਦੇ ਵਿੱਚ ਪਿਓਰ ਗੁੱਡਸ ਕਿਹੜੀਆਂ ਹੁੰਦੀਆਂ ਨੇ, ਜਿਵੇਂ ਸਾਲਟ ਹੋ ਗਿਆ, ਕੰਪਿਊਟਰ ਹੋ ਗਿਆ, ਅਤੇ ਫਾਸਟ ਫੂਡ ਰੈਸਟੋਰੈਂਟ ਹੋ ਗਏ, ਇਹ ਸਾਰੇ ਕੀ ਨੇ, ਇਹ ਸਾਡੇ ਹੈਗੇ ਆ ਗੁੱਡਸ ਨੇ। ਜਿਵੇਂ ਕਲੋਥਸ ਹੋ ਗਏ,
ਬਟ ਜਿਹੜੇ ਪਿਓਰ ਸਰਵਿਸਿਜ਼ ਕੀ ਨੇ, ਜਿਵੇਂ 에ਅਰਲਾਈਨਸ ਦੇ ਵਿੱਚ 에ਅਰ ਹੋਸਟਸ ਹੁੰਦੇ ਆ, ਜਾਂ ਉਹ ਪਰਸਨ ਜਿਹੜੇ ਨੇ ਪਾਇਲਟ ਸਾਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਲੈ ਕੇ ਜਾਂਦੇ ਆ। ਮੇਰੇ ਵਰਗਾ ਟੀਚਿੰਗ ਕਰ ਰਿਹਾ ਵਾ ਤਾਂ ਉਹ ਵੀ ਸਰਵਿਸ ਹੈ। ਜਾਂ ਕੀ ਆ ਇਨਵੈਸਟਮੈਂਟ ਐਡਵਾਈਸ ਵੀ ਲੋਕਾਂ ਨੂੰ ਦੱਸ ਰਿਹਾ ਵੀ ਭਾਈ ਪੈਸਾ ਇੱਥੇ ਲਾਓ, ਪੈਸਾ ਇੱਥੇ ਲਾਓ, ਤਾਂ ਉਹ ਬੰਦਾ ਵੀ ਉਸ ਚੀਜ਼ ਦੇ ਪੈਸੇ ਲੈਂਦਾ ਵਾ। ਤਾਂ ਉਹ ਸਾਰੀਆਂ ਕੀ ਆਉਂਦੀਆਂ ਸਰਵਿਸ ਦੇ ਵਿੱਚ ਆਉਂਦੀਆਂ ਨੇ। ਹੁਣ ਦੇਖੋ ਇਹ ਕੀ ਹੁੰਦੀਆਂ, ਟੈਂਜੀਬਲ ਹੁੰਦੀਆਂ, ਇਹਨੂੰ ਹੱਥ ਲਾ ਕੇ ਦੇਖਿਆ ਜਾ ਸਕਦਾ, ਪਰ ਜਿਹੜੀਆਂ ਸਰਵਿਸ ਹੁੰਦੀਆਂ ਨੇ ਇਹਨਾਂ ਨੂੰ ਹੱਥ ਲਾ ਕੇ ਨਹੀਂ ਦੇਖਿਆ ਜਾ ਸਕਦਾ। ਇਹਦੇ ਵਿੱਚ ਲੋ ਕਸਟਮਰ ਇਨਵੋਲਵਮੈਂਟ ਹੁੰਦੀ ਹੈ, ਇਹਦੇ ਵਿੱਚ ਜਿਹੜੀ ਕਸਟਮਰ ਦੀ ਇਨਵੋਲਵਮੈਂਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਘੱਟ ਦੇਖੀ ਜਾਂਦੀ ਆ। ਪਰ ਇਹਦੇ ਵਿੱਚ ਜਿਹੜੀ ਕਸਟਮਰ ਦੀ ਇਨਵੋਲਵਮੈਂਟ ਉਹ ਜ਼ਿਆਦਾ ਹੁੰਦੀ ਹੈ, ਅਤੇ ਉਹ ਸਾਰਾ ਕੁਝ ਇੰਟਰੈਕਟ ਕਰਕੇ ਦੱਸਦਾ ਵੀ ਮੈਨੂੰ ਇਹ ਸਰਵਿਸ ਵਧੀਆ ਲੱਗੀ ਕਿ ਨਹੀਂ ਲੱਗੀ, ਉਹ ਪ੍ਰੋਪਰ ਦੱਸ ਸਕਦਾ ਵਾ। ਨੈਕਸਟ ਹੈਗਾ ਇਹਦੇ ਵਿੱਚ ਲੋਅਰ ਕੁਆਲਿਟੀ ਦਾ ਕੰਟਰੋਲ ਪ੍ਰੋਬਲਮ ਹੁੰਦਾ, ਕਿਉਂਕਿ ਇਹਦੇ ਵਿੱਚ ਕੰਟਰੋਲ ਕਰਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ, ਤਾਂ ਕਰਕੇ ਇਹਦੀ ਜਿਹੜੀ ਕੁਆਲਿਟੀ ਆ ਉਹ ਲੋ ਹੁੰਦੀ ਆ। ਬਟ ਇਹਦੇ ਵਿੱਚ ਜਿਹੜੀ ਕੁਆਲਿਟੀ ਆਫ ਕੰਟਰੋਲ ਹੁੰਦਾ ਉਹ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਜਿਹੜਾ ਬੰਦਾ ਜ਼ਿਆਦਾ ਵਧੀਆ ਸਰਵਿਸ ਦੇਗਾ ਤਾਂ ਲੋਕ ਉਹਨਾਂ ਕੋਲ ਹੀ ਜਾਣਗੇ। ਨੈਕਸਟ ਹੈਗਾ ਈਜ਼ੀ ਟੂ ਇਵੈਲੂਏਸ਼ਨ, ਇਹਨੂੰ ਜੱਜ ਕਰਨਾ ਅਤੇ ਇਹਦੇ ਵਿੱਚੋਂ ਸਾਰਾ ਕੁਝ ਚੈੱਕ ਕਰਨਾ, ਕਿਉਂਕਿ ਜੇਕਰ ਤੁਹਾਡੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਨੇ ਤਾਂ ਇਸਦਾ ਮਤਲਬ ਕੀ ਹੈ ਵੀ ਤੁਹਾਡਾ ਪ੍ਰੋਡਕਟ ਜ਼ਿਆਦਾ ਪਸੰਦ ਆਇਆ ਲੋਕਾਂ ਨੂੰ। ਬਟ ਸਰਵਿਸਿਜ਼ ਦੇ ਵਿੱਚ ਬਹੁਤ ਹਾਰਡ ਹੁੰਦਾ ਇਵੈਲੂਏਟ ਕਰਨਾ, ਕਿਉਂਕਿ ਜਿਹੜੇ ਤੁਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਇੱਕ ਦੂਸਰਾ ਪਰਸਨ ਪ੍ਰੋਵਾਈਡ ਕਰ ਰਿਹਾ, ਉਹਦੇ ਵਿੱਚ ਥੋੜ੍ਹਾ ਬਹੁਤਾ ਹੀ ਕੀ ਹੁੰਦਾ ਫਰਕ ਹੁੰਦਾ ਵਾ। ਜੇਕਰ ਤੁਹਾਡੀ ਸਰਵਿਸ ਜ਼ਿਆਦਾ ਵਧੀਆ ਹੋਈ ਤਾਂ ਤੁਹਾਡੀ ਸੇਲ ਜ਼ਿਆਦਾ ਹੋਏਗੀ, ਜੇਕਰ ਤੁਹਾਡੀ ਸਰਵਿਸ ਨਾ ਵਧੀਆ ਹੋਈ ਤਾਂ ਤੁਹਾਡੀ ਸੇਲ ਘੱਟ ਜਾਏਗੀ। ਨੈਕਸਟ ਹੈਗਾ ਇਨਵੈਂਟਰੀ, ਇਹਦੇ ਵਿੱਚ ਸਟਾਕ ਦੇਖਿਆ ਜਾ ਸਕਦਾ, ਯਾਨੀ ਕਿ ਕੋਈ ਵੀ ਚੀਜ਼ ਸਟੋਰ ਕਰਕੇ ਦੁਬਾਰਾ ਰੱਖੀ ਜਾ ਸਕਦੀ ਆ। ਬਟ ਇਹ ਕੀ ਹੁੰਦੀ ਹੈ ਇੰਟੈਂਜੀਬਲ ਹੁੰਦੀ ਆ ਅਤੇ ਇੱਕ ਬੰਦੇ ਦੁਆਰਾ ਪ੍ਰੋਵਾਈਡ ਕਰਵਾਈ ਜਾਂਦੀ ਆ, ਤਾਂ ਇਹਨੂੰ ਸਟਾਕ ਕਰਕੇ ਜਾਂ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ। ਨੈਕਸਟ ਹੈਗਾ ਵਾ ਨੋ ਟਾਈਮ ਕ੍ਰਾਈਟੀਰੀਆ, ਇਹਦੇ ਵਿੱਚ ਕੋਈ ਟਾਈਮ ਦਾ ਕ੍ਰਾਈਟੀਰੀਆ ਨਹੀਂ ਰੱਖਿਆ ਜਾਂਦਾ ਵੀ ਇੰਨੇ ਟਾਈਮ ਦੇ ਵਿੱਚ ਇਹ ਚੀਜ਼ਾਂ ਦੇਣੀਆਂ ਨੇ। ਬਟ ਸਰਵਿਸ ਦੇ ਇੱਕ ਟਾਈਮ ਹੁੰਦਾ, ਇੱਕ ਟਾਈਮ ਦੇ ਵਿੱਚ ਪੀਰੀਅਡ ਦੇ ਵਿੱਚ ਹੀ ਅਸੀਂ ਸਾਰਾ ਕੁਝ ਕਰਦੇ ਹਾਂ। ਜਿਵੇਂ ਅਸੀਂ ਸਕੂਲ ਦੇ ਵਿੱਚ ਜਾਂਦੇ ਹਾਂ ਤਾਂ ਇੱਕ ਟਾਈਮ ਪੀਰੀਅਡ ਹੁੰਦਾ ਵੀ 8 ਵਜੇ ਆਉਣਾ ਅਤੇ 2 ਵਜੇ ਜਾਣਾ, ਤਾਂ ਇਸ ਦਾ ਮਤਲਬ ਕੀ ਆ ਉਹ ਇੱਕ ਟਾਈਮ ਬਾਊਂਡੇਸ਼ਨ ਦੇ ਵਿੱਚ ਚੱਲਦੀ ਹੈ ਸਰਵਿਸਿਜ਼। ਲਾਸਟ ਇਹਦਾ ਜਿਹੜਾ ਡਿਫਰੈਂਸ ਹੈ ਉਹ ਹੈ ਲੋ ਇੰਪੋਰਟੈਂਸ ਆਫ ਟੂ ਦੀ ਆ ਕੰਟਰੈਕਟ ਪੁਆਇੰਟਸ, ਵੀ ਇਹਦੇ ਵਿੱਚ ਕੰਟੈਕਟ ਕਰਨਾ ਇੱਕ ਦੂਸਰੇ ਨਾਲ ਉਹ ਜ਼ਿਆਦਾ ਜ਼ਰੂਰੀ ਨਹੀਂ ਹੈ, ਕਿਉਂਕਿ ਬਸ ਚੀਜ਼ਾਂ ਲੈ ਕੇ ਜਾਓ ਅਤੇ ਚਲੇ ਜਾਓ। ਇਹਦੇ ਵਿੱਚ ਇਹੀ ਚੀਜ਼ ਹੁੰਦੀ ਹੈ, ਇੰਟਰੈਕਸ਼ਨ ਜਾਂ ਇਨਵੋਲਵਮੈਂਟ ਨਹੀਂ ਦਿਖਾਈ ਜਾਂਦੀ ਜਾਂ ਕੰਟੈਕਟ ਨਹੀਂ ਕੀਤਾ ਜਾਂਦਾ। ਬਟ ਇਹਦੇ ਵਿੱਚ ਜਿਹੜਾ ਕੰਟਰੈਕਟ ਹੁੰਦਾ ਵਾ ਉਹ ਜ਼ਿਆਦਾ ਕੀਤਾ ਜਾਂਦਾ, ਇੱਕ ਦੂਸਰੇ ਨਾਲ ਜੁੜ ਕੇ ਰਹਿਣਾ ਪੈਂਦਾ ਵਾ, ਤਾਂ ਜੋ ਕੀ ਹੈ ਜਿਹੜੀ ਤੁਸੀਂ ਸਰਵਿਸ ਪ੍ਰੋਵਾਈਡ ਕਰਾਈ ਉਹਦੇ ਬਾਰੇ ਤੁਹਾਨੂੰ ਰਿਵਿਊ ਮਿਲ ਸਕੇ ਅਤੇ ਤੁਸੀਂ ਉਸ ਚੀਜ਼ ਨੂੰ ਇੰਪਰੂਵ ਕਰ ਸਕੋ ਜੇਕਰ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ। ਨੈਕਸਟ ਹੈ ਲਾਸਟ ਪਾਰਟ ਆ ਇਸ ਸੈਸ਼ਨ ਦਾ, ਮੇਬੀ ਹਾਂਜੀ ਇਹ ਲਾਸਟ ਆ। ਅਤੇ ਇਹਦੇ ਵਿੱਚ ਕੀ ਆ ਟਾਈਪਸ ਦਿੱਤੀਆਂ ਹੋਈਆਂ ਨੇ ਸਰਵਿਸਿਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, 3 ਤਰ੍ਹਾਂ ਦੀਆਂ ਸਰਵਿਸਿਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਬਿਜ਼ਨਸ ਸਰਵਿਸਿਜ਼, ਇੱਕ ਹੁੰਦੀ ਹੈ ਸੋਸ਼ਲ ਸਰਵਿਸਿਜ਼, ਇੱਕ ਹੁੰਦੀ ਹੈ ਪਰਸਨਲ ਸਰਵਿਸਿਜ਼। ਬਿਜ਼ਨਸ ਸਰਵਿਸਿਜ਼ ਕੀ ਹੁੰਦੀਆਂ ਨੇ, ਇਹ ਉਹ ਸਰਵਿਸਿਜ਼ ਹੁੰਦੀਆਂ ਨੇ ਜਿਹੜੀਆਂ ਡੇਲੀ ਬਿਜ਼ਨਸ ਦੇ ਵਿੱਚ ਪਰਫੋਰਮ ਕੀਤੇ ਨੇ, ਜਿਹੜੀਆਂ ਕਿ ਡੇਲੀ ਜਿਹੜਾ ਵਰਕ ਕਰਦੀਆਂ ਨੇ, ਡੇਲੀ ਇੰਟਰਪ੍ਰਾਈਜ਼ਸ ਜਿਹੜੀਆਂ ਹੁੰਦੀਆਂ ਨੇ ਇੱਕ ਦੂਸਰੇ ਨਾਲ ਜੁੜ ਕੇ ਡੇਲੀ ਇੱਕ ਤਰ੍ਹਾਂ ਦਾ ਕੰਮ ਕਰਦੀਆਂ ਨੇ, ਤਾਂ ਉਹਨੂੰ ਅਸੀਂ ਬਿਜ਼ਨਸ ਸਰਵਿਸਿਜ਼ ਕਹਿ ਦਿੰਦੇ ਹਾਂ। ਸੋਸ਼ਲ ਸਰਵਿਸਿਜ਼ ਕੀ ਹੁੰਦੀਆਂ ਨੇ, ਇਹਦੇ ਵਿੱਚ ਉਹ ਵੋਲੰਟੀਅਰ ਹੁੰਦੇ ਆ ਬੰਦੇ ਜਿਹੜੇ ਕਿ ਕੀ ਕਰਦੇ ਆ, ਸਿਰਫ ਇੱਕ ਕਿਸੇ ਦੇ ਭਲਾਈ ਦੇ ਲਈ ਕੰਮ ਕਰਦੇ ਆ, ਜਿਹਦੇ ਵਿੱਚ ਉਹਨਾਂ ਦਾ ਪ੍ਰੋਫਿਟ ਅਰਨ ਕਰਨਾ ਮੋਟਿਵ ਨਹੀਂ ਹੁੰਦਾ। ਬਟ ਬਿਜ਼ਨਸ ਦੇ ਵਿੱਚ ਕੀ ਹੁੰਦਾ ਪ੍ਰੋਫਿਟ ਮੋਟਿਵ, ਉਹਨਾਂ ਦਾ ਮੋਟਿਵ ਹੁੰਦਾ ਵੀ ਅਸੀਂ ਪ੍ਰੋਫਿਟ ਅਰਨ ਕਰਨਾ ਜੇਕਰ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਬਟ ਇਹਦੇ ਵਿੱਚ ਉਹਨਾਂ ਦੋਹਾਂ ਦੇ ਵਿੱਚ ਸੋਸ਼ਲ ਦੇ ਵਿੱਚ ਉਹਨਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਵੀ ਉਹ ਪੈਸੇ ਅਰਨ ਕਰਨੇ ਆ, ਉਹ ਸਿਰਫ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਆ। ਪਰਸਨਲ ਸਰਵਿਸਿਜ਼ ਦੇ ਵਿੱਚ ਕੀ ਹੁੰਦਾ ਵੀ ਇਕੱਲਾ ਬੰਦਾ ਸਾਰਿਆਂ ਨੂੰ ਸਰਵਿਸ ਪ੍ਰੋਵਾਈਡ ਕਰਦਾ ਹੁੰਦਾ ਵਾ, ਜਿਵੇਂ ਕਿ ਲਾਇਰ ਹੋ ਗਿਆ, ਲਾਇਰ ਇੱਕ ਇਕੱਲਾ ਬੰਦਾ ਹੁੰਦਾ ਜਿਹੜਾ ਕਿ ਉਹਨਾਂ ਦਾ ਕੇਸ ਲੜਦਾ ਵਾ ਅਤੇ ਕੇਸ ਦੇ ਬਦਲੇ ਉਹ ਪੈਸੇ ਚਾਰਜ ਕਰਦਾ ਵਾ। ਅਤੇ ਇਹ ਕੀ ਹੁੰਦਾ ਆ ਕਲਾਇੰਟ ਦੇ ਅਕੋਰਡਿੰਗ ਕਰਦੇ, ਜਿਵੇਂ ਡਾਕਟਰ ਹੋ ਗਿਆ, CA ਹੋ ਗਏ, ਇਹ ਸਾਰੇ ਪਰਸਨਲ ਨੇ ਜਿਹੜੇ ਕਿ ਆਪਣੀ ਸਰਵਿਸ ਜੇਕਰ ਦਿੰਦੇ ਆ ਤਾਂ ਉਹਦੇ ਪੈਸੇ ਚਾਰਜ ਕਰਦੇ ਆ। ਆਈ ਹੋਪ ਤੁਹਾਨੂੰ ਇਹ ਟਾਈਪਸ ਵੀ ਕਲੀਅਰ ਹੋ ਗਈਆਂ ਹੋਣਗੀਆਂ। Once again I will thanks to my all viewers which has been helping to me achieving their 1000 subscriber on my YouTube channel Just Do It for a Bright Future. So thanks a lot my all viewers which has been helping to me, and which students has been comes to their first time. So like my shares and like my session and share with others, and also subscribe my channel Just Do It for a Bright Future. Thanks a lot watching for my session, and please share this session. Thanks a lot.